ਸਤਿ ਸ਼੍ਰੀ ਅਕਾਲ ਜੀ। ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪ੍ਰੋਟੀਨ ਸਾਡੇ ਸਰੀਰ ਦੇ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ, ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੀ ਬਾਡੀ ਦੇ ਲਈ ਕਿੰਨਾ ਪ੍ਰੋਟੀਨ ਚਾਹੀਦਾ ਹੈਗਾ, ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪ੍ਰੋਟੀਨ ਦੇ ਨਾਲ ਅਸੀਂ ਆਪਣੇ ਮਸਲ ਨੂੰ ਕਿੱਦਾਂ ਬਿਲਡ ਕਰ ਸਕਦੇ ਹਾਂ, ਇੱਦਾਂ ਦੀਆਂ ਬਹੁਤ ਹੀ ਸਾਰੀਆਂ ਅੱਜ ਜਾਣਕਾਰੀਆਂ ਮਿਲਣੀਆਂ ਨੇ ਸਾਡੇ ਅਮੇਜ਼ਿੰਗ ਇੰਟਰਨੈਸ਼ਨਲੀ ਵਰਚੁਅਲ ਸੈਸ਼ਨ ਦੇ ਵਿੱਚ। ਸੋ ਕਿਸੇ ਨੇ ਮਿਸ ਨਹੀਂ ਕਰਨਾ, ਟਾਈਮ ਦੇ ਨਾਲ ਆਜੋ, ਸੈਸ਼ਨ ਨੂੰ ਜੁਆਇਨ ਕਰੀਏ। ਔਰ ਅੱਜ ਦੇ ਸਾਡੇ ਐਕਸਰਸਾਈਜ਼ ਕੋਚ ਬਹੁਤ ਹੀ ਅਮੇਜ਼ਿੰਗ ਪਰਸਨੈਲਿਟੀ ਨੇ, ਉਹਨਾਂ ਦੇ ਨਾਲ ਐਕਸਰਸਾਈਜ਼ ਕਰਦੇ ਹਾਂ। 8, 7, 6, 5, 4, 3, 2, 1, 1, 2, 3, 4, 5, 6, 7, 8, 9, 10। ਹੁਣ ਥੋੜੀ ਆਪਾਂ ਤੇਜ਼ ਰਨਿੰਗ ਕਰਦੇ ਹਾਂ ਤਾਂ ਕਿ ਸਾਡੀ ਬਾਡੀ ਪੂਰੀ ਤਰ੍ਹਾਂ ਗਰਮ ਹੋ ਸਕੇ। 1, 2, 3, 4, 5, 6, 7, 8, 9, 10, 10, 9, 8, 7, 6, 5, 4, 3, 2, 1, 1, 2, 3, 4, 5, 6, 7, 8, 9, 10। Now ਹੁਣ ਆਪਾਂ start ਕਰਦੇ ਹਾਂ jumping jacks. Now 10 half, 10 full. 1, 2, 3, 4, 5, 6, 7, 8, 9, 10, 10, 9, 8, 7, 6, 5, 4, 3, 2, 1, full. 1, 2, 3, 4, 5, 6, 7, 8, 9, 10, 10, 9, 8, 7, 6, 5, 4, 3, 2, 1. Now, correct? Stretch ਕਰਾਂਗੇ ਆਪਾਂ। ਸਾਲ ਕੀ ਹਾਲ ਸਰ? ਤੇ ਤੁਸੀਂ ਸਾਡੇ ਕਲੱਬ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਜੀ? ਸਰ ਮੈਨੂੰ 3 ਮਹੀਨੇ ਤੇ 15 ਦਿਨ ਹੋਏ ਆ ਸਰ ਜੁੜਿਆ ਨੂੰ, ਔਰ ਮੈਂ 14 ਕਿਲੋ weight lose ਕੀਤਾ। ਵੈਰੀ ਗੁੱਡ ਜੀ, ਬਹੁਤ ਵਧੀਆ ਜੀ। ਤੇ ਕੀ ਫੀਲਿੰਗ ਆ? 14 ਕਿਲੋ weight ਘਟਿਆ, ਫੈਟ ਘਟੀ ਆ, ਕੀ ਮਹਿਸੂਸ ਕਰ ਰਹੇ ਹੋ ਤੁਸੀਂ? ਸਰ ਬਹੁਤ ਵਧੀਆ ਫੀਲ ਹੁੰਦਾ ਹੈ, એનર્ਜੀ ਰਹਿੰਦੀ ਹੈ, ਸਾਰਾ ਦਿਨ ਕੰਮ ਕਰੀਦਾ ਹੈ, ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ, ਔਰ ਬਹੁਤ ਵਧੀਆ ਲਾਈਫ ਹੋ ਗਈ ਹੈ। ਅੱਗੇ ਤੇ ਜਿੱਦਾਂ ਥੱਕੇ ਰਹਿਣਾ ਸੀ, ਕੰਮ ਨਹੀਂ ਹੁੰਦਾ ਹੈਗਾ, ਹੁਣ ਸਾਰੀ ਦਿਹਾੜੀ ਕੰਮ ਤੇ ਕੰਮ ਥੱਕੇ। ਬਹੁਤ ਵਧੀਆ। ਤੇ ਤੁਸੀਂ ਹੋਰ ਵੀ ਕਿਸੇ ਨੂੰ ਦੱਸ ਰਹੇ ਹੋ ਇਸ ਕਲੱਬ ਬਾਰੇ, ਆਪਣੀ ਫਿਟਨੈਸ ਬਾਰੇ? ਲੋਕ ਤੁਹਾਨੂੰ ਪੁੱਛ ਰਹੇ ਹੋਣੇ ਆ। ਹਾਂ ਸਰ ਪੁੱਛ ਰਹੇ ਆ, ਉਹ ਹਫ਼ਤੇ ਤੱਕ ਕਹਿੰਦੇ ਜੁਆਇਨ ਕਰਾਂਗੇ ਅਸੀਂ ਵੀ। ਠੀਕ ਆ ਜੀ, ਠੀਕ ਆ, ਬਹੁਤ ਵਧੀਆ। ਤੁਸੀਂ ਆਪਣਾ ਨਾਮ ਆਖਿਓ। ਸੋ ਅੱਜ ਸਾਡੇ ਸੈਸ਼ਨ ਦੇ ਵਿੱਚ ਪ੍ਰੋਟੀਨ ਦੇ ਉੱਪਰ ਨੌਲੇਜ ਮਿਲ ਰਹੀ ਹੈ। ਪ੍ਰੋਟੀਨ ਹੁੰਦਾ ਕੀ ਹੈ? ਪ੍ਰੋਟੀਨ ਇੱਕ ਮਾਈਕਰੋ ਨਿਊਟ੍ਰੀਐਂਟ ਹੈ ਜਿਹੜਾ ਸਾਡੀ ਬਾਡੀ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਔਰ ਜਿਹੜਾ ਸਾਡੇ ਮਸਲ ਮਾਸ ਨੂੰ ਬਿਲਡ ਕਰਦਾ ਹੈਗਾ ਆ। ਔਰ ਇਹਦੇ ਵਿੱਚ 3 ਤਰੀਕੇ ਦੇ ਨਾਲ ਹੁੰਦਾ ਹੈ: ਮਾਈਕਰੋ ਨਿਊਟ੍ਰੀਐਂਟਸ, ਪ੍ਰੋਟੀਨ, ਫੈਟ ਔਰ ਕਾਰਬੋਹਾਈਡਰੇਟਸ ਜਿਹੜੇ ਹੁੰਦੇ ਨੇ, ਜਿਹਦੇ ਨਾਲ ਸਾਡੀ ਬਾਡੀ ਜਿਹੜੀ ਹੈ ਉਹ ਬਿਲਡ ਹੁੰਦੀ ਹੈ। ਸੋ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਸਾਨੂੰ ਪ੍ਰੋਟੀਨ ਜਿਹੜਾ ਆ ਉਹ ਕਿੱਦਾਂ ਦਾ ਔਰ ਕਿੱਥੋਂ ਔਰ ਕਿਉਂ ਚਾਹੀਦਾ ਹੁੰਦਾ ਹੈ। ਔਰ ਪ੍ਰੋਟੀਨ ਦਾ ਜਿਹੜਾ ਮੇਨ ਕੰਮ ਹੁੰਦਾ ਹੈ ਕਿ ਸਾਡੇ ਜਿਹੜੇ ਵੀ ਮਸਲਸ ਨੇ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਰੇਸ਼ੇ ਬਣਦੇ ਹੈਗੇ ਨੇ, ਜਦੋਂ ਉਹ ਬਣਦੇ ਨੇ ਤਾਂ ਸਾਡਾ ਮਸਲ ਜਿਹੜਾ ਉਹ ਬਹੁਤ ਵਧੀਆ ਬਿਲਡ ਹੁੰਦਾ ਹੈਗਾ ਆ। ਔਰ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੂਰੀ ਉਮਰ ਤੰਦਰੁਸਤ ਫਿੱਟ ਰਹੀਏ ਤਾਂ ਸਾਨੂੰ ਪ੍ਰੋਟੀਨ ਦੀ ਡੇਲੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ। ਸੋ ਅੱਗੇ ਹੈਗਾ ਕਿ ਪ੍ਰੋਟੀਨ ਸਾਨੂੰ ਚਾਹੀਦਾ ਕਿਉਂ ਹੈ। ਪ੍ਰੋਟੀਨ ਜਿਹੜਾ ਹੈਗਾ ਆ ਉਹ ਸਾਡੇ ਮਸਲ ਜਿਹੜੇ ਹੁੰਦੇ ਨੇ, ਅਗਰ ਉਹ ਟੁੱਟ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਤੋਂ ਸਾਡੀ ਬਾਡੀ ਦੇ ਵਿੱਚ ਬਣਾਉਂਦਾ ਹੈ। ਸਾਡੇ ਅਗਰ ਐਮੀਨੋ ਐਸਿਡ ਜਿਹੜੇ ਹੈਗੇ ਨੇ ਸਾਡੀ ਬਾਡੀ ਦੇ ਵਿੱਚ ਅਗਰ ਉਹ ਘਟ ਜਾਂਦੇ ਨੇ ਤਾਂ ਉਹਨਾਂ ਨੂੰ ਬਿਲਡ ਕਰਦਾ ਹੈਗਾ ਆ। ਔਰ ਅਗਰ ਆਪਾਂ ਗੱਲ ਕਰੀਏ ਕਿ ਅਬਾਊਟ 50% ਆਫ ਦੀ ਐਨਰਜੀ ਵੀ ਨੀਡਸ ਕਮ ਫਰੋਮ ਪ੍ਰੋਟੀਨ। ਪ੍ਰੋਟੀਨ ਤੋਂ ਸਾਡੇ ਸਰੀਰ ਨੂੰ ਜਿਹੜੀ 50% ਦੀ ਐਨਰਜੀ ਹੈ ਉਹ ਵੀ ਮਿਲਦੀ ਹੈ। ਅਤੇ ਹਰ ਸੈੱਲ ਦੀ ਜ਼ਰੂਰਤ ਹੈਗੀ ਹੈ ਹਿਊਮਨ ਬਾਡੀ ਦੇ ਵਿੱਚ, ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਪ੍ਰੋਪਰ ਹੋਣੀ ਚਾਹੀਦੀ ਹੈ। ਸਾਡੇ ਹਿਊਮਨ ਜਿਹੜੇ ਬਾਡੀ ਦੇ ਸੈੱਲ ਹੈਗੇ ਨੇ ਉਹਨਾਂ ਨੂੰ ਵੀ ਪ੍ਰੋਟੀਨ ਦੀ ਬਹੁਤ ਨੀਡ ਹੁੰਦੀ ਹੈ। ਔਰ ਅਗਰ ਅਸੀਂ ਆਪਣੇ ਪ੍ਰੋਟੀਨ ਨੂੰ ਆਪਣੇ ਖਾਣੇ ਦੇ ਵਿੱਚ
ਪ੍ਰੋਪਰ ਕਰਦੇ ਹਾਂ ਤੇ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ ਸਾਡੇ ਸੈੱਲਾਂ ਦੀ ਵੀ ਰਿਪੇਅਰ ਕਰਦਾ ਹੈ, ਉਹਨਾਂ ਨੂੰ ਨਵੇਂ ਬਣਾਉਣ ਦਾ ਵੀ ਹੈਗਾ। ਸੋ ਪ੍ਰੋਟੀਨ ਕਿੰਨਾ ਜ਼ਿਆਦਾ ਵਧੀਆ ਕੰਮ ਰੋਲ ਅਦਾ ਕਰਦਾ ਹੈਗਾ। ਸੋ ਪ੍ਰੋਟੀਨ ਜਿਹੜਾ ਹੈਗਾ ਆ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਆ ਸਾਡੀ ਹਿਊਮਨ ਬਾਡੀ ਦੀ ਗਰੋਥ ਦੇ ਲਈ। ਸੋ ਸਾਨੂੰ ਪ੍ਰੋਟੀਨ ਜਿਹੜਾ ਆ ਕਿੰਨੀ ਮਾਤਰਾ ਦੇ ਵਿੱਚ ਔਰ ਕਿੰਨਾ ਜ਼ਰੂਰੀ ਹੈਗਾ ਆ। ਸੋ ਪ੍ਰੋਟੀਨ ਜਿਹੜਾ ਆ ਹਮੇਸ਼ਾ ਦੀ ਸਾਡੀ ਜ਼ਰੂਰਤ ਹੈਗੀ ਆ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਸਕਿਨ ਹੈ, ਸਾਡੀ ਚਮੜੀ ਜਿਹੜੀ ਹੈ ਉਹ ਬਹੁਤ ਸੋਹਣੀ ਰਹੇ, ਚਮਕਦਾਰ ਰਹੇ। ਸਾਡੇ ਨੇਲ ਜਿਹੜੇ ਹੈਗੇ ਨੇ ਉਹ ਵੀ ਉਹਨਾਂ ਦੇ ਵਾਧੇ ਦੇ ਲਈ ਔਰ ਸਾਡੇ ਜਿਹੜੇ ਵਾਲ ਨੇ, ਸਾਡੇ ਹੇਅਰ ਜਿਹੜੇ ਨੇ ਉਹ ਹੈਲਥੀ ਰਹਿਣ। ਸੋ ਪ੍ਰੋਟੀਨ ਬਹੁਤ ਹੀ ਵੱਡਾ ਰੋਲ ਅਦਾ ਕਰਦਾ ਹੈ ਸਾਡੀ ਸਕਿਨ ਨੂੰ ਵਧੀਆ ਬਣਾਉਣ ਦੇ ਵਿੱਚ, ਸਾਡੇ ਨੇਲਸ ਨੂੰ ਵਧੀਆ ਬਣਾਉਣ ਦੇ ਵਿੱਚ ਔਰ ਸਾਡੇ ਵਾਲਾਂ ਨੂੰ ਹੈਲਥੀ ਰੱਖਣ ਦੇ ਵਿੱਚ। ਔਰ ਇਸ ਟਾਈਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰੋਟੀਨ ਕਿੰਨਾ ਦੇ ਰਹੇ ਹਾਂ ਇਸ ਦੀ ਨੌਲੇਜ ਨਹੀਂ ਹੁੰਦੀ ਔਰ ਅਸੀਂ ਕਈ ਵਾਰ ਪ੍ਰੋਟੀਨ ਬਹੁਤ ਜ਼ਿਆਦਾ ਆਪਣੇ ਆਪ ਨੂੰ ਦੇ ਦਿੰਦੇ ਹਾਂ ਔਰ ਕਈ ਵਾਰ ਅਸੀਂ ਪ੍ਰੋਟੀਨ ਆਪਣੀ ਬਾਡੀ ਨੂੰ ਦੇ ਹੀ ਨਹੀਂ ਰਹੇ। ਸਾਨੂੰ ਕਿੰਨਾ ਪ੍ਰੋਟੀਨ ਚਾਹੀਦਾ ਹੈ, ਕਿੱਦਾਂ ਦਾ ਪ੍ਰੋਟੀਨ ਚਾਹੀਦਾ ਹੈ, ਇਹਦੇ ਬਾਰੇ ਆਪਾਂ ਅੱਗੇ ਦੱਸਾਂਗੇ। ਔਰ ਅਗਰ ਕਿਤੇ ਸਾਨੂੰ ਕੋਈ ਇੰਜਰੀ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਸਾਡੀ ਬਾਡੀ ਜਿਹੜੀ ਹੈਗੀ ਬਹੁਤ ਜਲਦੀ ਰਿਕਵਰ ਕਰਦੀ ਹੈ। ਅਗਰ ਰਿਕਵਰ ਤਾਂ ਹੀ ਕਰਦੀ ਹੈ ਕਿ ਜਦੋਂ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਪੂਰੀ ਹੁੰਦੀ ਹੈ। ਅਗਰ ਸਾਡੀ ਬਾਡੀ ਦੇ ਵਿੱਚ ਅਗਰ ਕਿਸੇ ਇੰਜਰੀ ਨੂੰ ਅਸੀਂ ਜਲਦੀ ਹੀਲ ਨਹੀਂ ਕਰ ਪਾ ਰਹੇ, ਸਾਡੀ ਬਾਡੀ ਉਹਨੂੰ ਜਲਦੀ ਰਿਕਵਰ ਨਹੀਂ ਕਰ ਰਹੀ, ਇਸ ਦਾ ਮਤਲਬ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਹੈ ਤੇ ਸਾਨੂੰ ਉਸ ਪ੍ਰੋਟੀਨ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਸਾਡੇ ਜਿਹੜੇ ਡਾਕਟਰਸ ਵੀ ਹੁੰਦੇ ਨੇ ਸਾਨੂੰ ਸੁਜੈਸਟ ਕਰਦੇ ਹੈਗੇ ਨੇ ਕਈ ਤਰ੍ਹਾਂ ਦੇ ਪ੍ਰੋਟੀਨ ਦੇ ਲਈ। ਔਰ ਅਸੀਂ ਪ੍ਰੋਟੀਨ ਦੇ ਨਾਲ ਆਪਣੇ ਆਪ ਨੂੰ ਬਹੁਤ ਫਿੱਟ ਵੀ ਕਰਦੇ ਹਾਂ ਔਰ ਕਿਸੇ ਵੀ ਤਰ੍ਹਾਂ ਦੇ ਮਸਲ ਦੇ ਵਿੱਚ ਕੋਈ ਇੰਜਰੀ ਹੋਈ ਹੋਵੇ ਤਾਂ ਉਹਨੂੰ ਸਭ ਤੋਂ ਜਲਦੀ ਹੀਲ ਕਰਨ ਦਾ ਔਰ ਸਭ ਤੋਂ ਵਧੀਆ ਰਿਪੇਅਰ ਕਰਨ ਦਾ ਜਿਹੜਾ ਸਾਧਨ ਹੈ ਉਹ ਪ੍ਰੋਪਰ ਪ੍ਰੋਟੀਨ ਹੈ। ਔਰ ਪ੍ਰੋਟੀਨ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕਿਉਂ ਹੁੰਦਾ ਕਿ ਪ੍ਰੋਟੀਨ ਸਾਡੇ ਕਈ ਤਰ੍ਹਾਂ ਦੀਆਂ ਸਾਡੀਆਂ ਕ੍ਰੇਵਿੰਗਸ ਜਿਹੜੀਆਂ ਹੁੰਦੀਆਂ ਨੇ, ਸਾਨੂੰ ਕਈ ਵਾਰ ਜਿਹੜੀ ਸਾਡੀ ਭੁੱਖ ਲੱਗਦੀ ਹੈ, ਬਹੁਤ ਜ਼ਿਆਦਾ ਭੁੱਖ ਲੱਗਦੀ ਹੈ, ਤਾਂ ਪ੍ਰੋਟੀਨ ਸਾਡੀ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ, ਹੰਗਰ ਕੰਟਰੋਲ ਹੈ। ਔਰ ਕਈ ਵਾਰ ਅਸੀਂ ਦੇਖਦੇ ਹੈਗੇ ਹਾਂ ਕਿ ਸਾਨੂੰ ਥੋੜ੍ਹੇ ਟਾਈਮ ਬਾਅਦ ਕੁਛ ਨਾ ਕੁਛ ਖਾਣ ਦੀ ਮਨ ਕਰਦਾ ਰਹਿੰਦਾ, ਸਾਡੀ ਕ੍ਰੇਵਿੰਗ ਹੁੰਦੀ ਰਹਿੰਦੀ ਹੈ। ਤਾਂ ਉਹਦੇ ਵਿੱਚ ਅਗਰ ਅਸੀਂ ਆਪਣੀ ਬਾਡੀ ਦੇ ਵਿੱਚ ਪ੍ਰੋਪਰ ਪ੍ਰੋਟੀਨ ਰੱਖਦੇ ਹਾਂ, ਪ੍ਰੋਪਰ ਅਸੀਂ ਪ੍ਰੋਟੀਨ ਲੈਂਦੇ ਹਾਂ ਤਾਂ ਅਸੀਂ ਇੱਦਾਂ ਦੀ ਕ੍ਰੇਵਿੰਗ ਤੋਂ ਬਚ ਸਕਦੇ ਹਾਂ। ਔਰ ਪ੍ਰੋਟੀਨ ਦੀ ਅਗਰ ਭਰਪੂਰ ਮਾਤਰਾ ਸਾਡੇ ਸਰੀਰ ਦੇ ਵਿੱਚ ਰਹਿੰਦੀ ਹੈ, ਪ੍ਰੋਪਰ ਪ੍ਰੋਟੀਨ ਸਾਨੂੰ ਮਿਲਦਾ ਹੈ ਤਾਂ ਅਸੀਂ ਆਪਣੇ weight ਨੂੰ ਵੀ ਬਹੁਤ ਵਧੀਆ ਮੈਨੇਜ ਕਰ ਸਕਦੇ ਹਾਂ। ਬਹੁਤ ਸਾਰੇ ਮੇਰੇ ਭੈਣ ਭਰਾ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ weight ਆਪਣਾ ਫਾਸਟ ਲੂਜ਼ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਆਪਣੇ weight ਨੂੰ ਫਾਸਟ ਗੇਨ ਕਰਨਾ ਚਾਹੁੰਦੇ ਹਾਂ, ਤਾਂ ਅਗਰ ਉਹ ਪ੍ਰੋਪਰ ਪ੍ਰੋਟੀਨ ਆਪਣੇ ਕੋਚ ਦੀ ਗਾਈਡੈਂਸ ਦੇ ਨਾਲ ਲੈਂਦੇ ਨੇ ਤਾਂ ਉਹਨਾਂ ਦਾ weight ਵੀ ਬਹੁਤ ਜਲਦੀ ਲੂਜ਼ ਹੁੰਦਾ ਹੈ ਔਰ weight ਵੀ ਪ੍ਰੋਪਰ ਵੇ ਦੇ ਨਾਲ ਗੇਨ, ਮਸਲ ਹੈਲਥੀ ਮਸਲ ਗੇਨ ਹੁੰਦਾ ਹੈ। ਸੋ ਪ੍ਰੋਟੀਨ ਦੇ ਬਹੁਤ ਸਾਰੇ ਇਹੋ ਜਿਹੇ ਫਾਇਦੇ ਨੇ, ਲਾਭਦਾਇਕ ਫਾਇਦੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਬਹੁਤ ਵਧੀਆ ਸਾਨੂੰ ਚੇਂਜਸ ਵੀ ਲੈ ਕੇ ਆਉਂਦੇ। ਔਰ ਪ੍ਰੋਟੀਨ ਜਿਹੜੇ ਹੈਗਾ ਆ ਸਭ ਤੋਂ ਮੇਨ ਕੀ ਕੰਮ ਕਰਦਾ ਹੈ ਕਿ ਜਿਸ ਤਰੀਕੇ ਨਾਲ ਸਾਡੀ ਜਿਹੜੀ ਬੋਨ ਹੈ, ਸਾਡੀ ਹੱਡੀ ਹੈ, ਉਹਦੇ ਆਲੇ ਦੁਆਲੇ ਜਿਹੜਾ ਮਾਸ ਦਾ ਬਣਿਆ ਹੋਇਆ ਮਾਸ ਚਿਪਕਿਆ ਹੁੰਦਾ ਹੈ, ਉਹ ਪ੍ਰੋਟੀਨ ਦੀ ਸਹਾਇਤਾ ਦੇ ਨਾਲ ਸਾਡਾ ਮਸਲ ਬਿਲਡ ਹੋਇਆ ਹੁੰਦਾ ਜਿਹੜਾ ਸਾਡੀ ਹੱਡੀ ਨੂੰ ਵੀ ਪ੍ਰੋਟੈਕਟ ਕਰਦਾ ਹੈ, ਜਿਹੜੇ ਸਾਡੀ ਹੱਡੀ ਨੂੰ ਵੀ ਮਜ਼ਬੂਤ ਬਣਾਉਂਦਾ ਹੈਗਾ। ਸਾਡੇ ਪੂਰੇ ਸਰੀਰ ਦੇ ਵਿੱਚ ਕਿੱਦਾਂ ਉਹ ਸਾਨੂੰ ਪ੍ਰੋਟੈਕਟ ਕਰਦਾ ਹੈਗਾ ਕਿਸੇ ਵੀ ਇੰਜਰੀ ਤੋਂ। ਸੋ ਇਸ ਕਰਕੇ ਪ੍ਰੋਟੀਨ ਦੀ ਜਿਹੜੀ ਬਹੁਤ ਜ਼ਿਆਦਾ ਵੱਡੀ ਵੈਲਿਊ ਹੈਗੀ ਸਾਡੀ ਬਾਡੀ ਦੇ ਵਿੱਚ। ਸਾਨੂੰ ਪ੍ਰੋਪਰ ਪ੍ਰੋਟੀਨ ਜਿਹੜਾ ਡੇਲੀ ਲੈਣਾ ਚਾਹੀਦਾ ਹੈ ਔਰ ਪ੍ਰੋਪਰ ਪ੍ਰੋਟੀਨ ਸਾਨੂੰ ਆਪਣੇ ਖਾਣੇ 'ਚ ਇਨਟੇਕ ਕਰਨਾ ਚਾਹੀਦਾ। ਸੋ ਅੱਗੇ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੇ ਸਿੰਪਟਮ ਹੋ ਜਾਂਦੇ ਜਦੋਂ ਪ੍ਰੋਟੀਨ ਦੀ ਸਾਡੇ ਸਰੀਰ 'ਚ ਕਮੀ ਆ ਜਾਂਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਜਿਹੜੇ ਮਸਲ ਹੈ, ਜਿਹੜਾ ਸਾਡੀ ਬਾਡੀ ਹੈ ਉਹ ਪੇਨ ਕਰਦੀ ਰਹਿੰਦੀ ਹੈ। ਸੋ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਜਦੋਂ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਆ ਚੁੱਕੀ ਹੁੰਦੀ ਹੈ ਤਾਂ ਸਾਡਾ ਮਸਲ ਜਿਹੜਾ ਹੈ ਉਹ ਪੇਨ ਕਰਨਾ ਸ਼ੁਰੂ ਹੋ ਜਾਂਦਾ ਹੈ। ਇਨਸੋਮਨੀਆ ਮਤਲਬ ਕਿ ਸਾਡੀ ਨੀਂਦ ਦਾ ਘਟ ਜਾਣਾ, ਜਾਂ ਕਈ ਪਰਸਨ ਜਿਹੜੇ ਨੇ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ, ਪੂਰੀ ਰਾਤ ਕਹਿੰਦੇ ਨੇ ਕਿ ਸਾਡੇ ਕੋਲ ਸੌਂ ਵੀ ਨਹੀਂ ਹੋਇਆ, ਤਾਂ ਉੱਥੇ ਬਹੁਤ ਵੱਡਾ ਕਾਰਨ ਹੁੰਦਾ ਹੈ ਕਿ ਜਦੋਂ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਹੋ ਚੁੱਕੀ ਹੈ। ਔਰ ਉਸ ਤੋਂ ਬਾਅਦ ਅਗਰ ਗੱਲ ਕਰਾਂ ਤਾਂ ਬਹੁਤ ਸਾਰੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਮੇਰੇ ਵਾਲ ਬਹੁਤ ਝੜ ਰਹੇ ਨੇ। ਵਾਲਾਂ ਦੇ ਝੜਨ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਹੋ ਚੁੱਕੀ ਹੈ, ਕਿਉਂਕਿ ਜਿਹੜੇ ਸਾਡੇ ਹੇਅਰ ਨੇ, ਸਾਡੇ ਵਾਲ ਨੇ, ਉਹਨਾਂ ਨੂੰ ਹੋਲਡ ਕੌਣ ਰੱਖਦਾ, ਉਹਨਾਂ ਨੂੰ ਟਾਈਟ ਕੌਣ ਰੱਖਦਾ। ਅਗਰ ਸਾਡੀ ਸਕਿਨ ਟਾਈਟ ਹੈ, ਸਾਡੀ ਅਗਰ ਸਿਰ ਦੀ ਸਕਿਨ ਵੀ ਟਾਈਟ ਹੈ ਤਾਂ ਸਾਡਾ ਜਿਹੜਾ ਪ੍ਰੋਟੀਨ ਪ੍ਰੋਪਰ ਮਾਤਰਾ 'ਚ ਸਾਡੇ ਵਾਲਾਂ ਦੀ ਪਕੜ ਨੂੰ ਰੱਖਦਾ ਹੈ। ਅਤੇ ਬਹੁਤ ਸਾਰੇ ਮੇਰੇ ਭੈਣ ਭਰਾ ਹੇਅਰ ਫਾਲ ਤੋਂ ਵੀ ਜੂਝਦੇ ਨੇ ਕਿਉਂਕਿ ਉਹਨਾਂ ਦੀ ਬਾਡੀ 'ਚ ਪ੍ਰੋਟੀਨ ਦੀ ਕਮੀ ਹੋ ਚੁੱਕੀ ਹੁੰਦੀ ਹੈ।
ਕਈ ਵਾਰ ਕੀ ਹੈ ਮੈਂਟਲੀ ਸਟ੍ਰੈਸ ਜਿਹੜਾ ਹੈਗਾ ਆ ਉਹ ਇਨਕਰੀਜ਼ ਹੋ ਜਾਂਦਾ। ਕਈ ਪਰਸਨ ਜਿਹੜੇ ਨੇ ਬਹੁਤ ਜ਼ਿਆਦਾ ਪਜ਼ਲ ਰਹਿਣ ਲੱਗ ਪੈਂਦੇ ਨੇ। ਕਈ ਵਾਰ ਕਹਿੰਦੇ ਨੇ ਕਿ ਸਾਡੀ ਇਹ ਚੀਜ਼ ਇੱਕਦਮ ਭੁੱਲ ਗਏ ਜਾਂ ਕਿਸੇ ਨਾ ਕਿਸੇ ਗੱਲ ਦਾ ਕੋਈ ਸਟ੍ਰੈਸ ਆ ਜਾਂਦਾ ਦਿਮਾਗ ਦੇ ਉੱਤੇ, ਤਾਂ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਜਦੋਂ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਆ ਚੁੱਕੀ ਹੁੰਦੀ ਹੈ ਔਰ ਜਿਹੜਾ ਸਾਡਾ ਸ਼ੂਗਰ ਲੈਵਲ ਹੈ ਅਗਰ ਉਹ ਬਹੁਤ ਜ਼ਿਆਦਾ ਲੋ ਜਾ ਰਿਹਾ ਹੈਗਾ ਆ, ਤਾਂ ਇਸ ਦਾ ਮਤਲਬ ਅਸੀਂ ਆਪਣੇ ਖਾਣੇ ਦੇ ਵਿੱਚ ਪ੍ਰੋਪਰ ਪ੍ਰੋਟੀਨ ਨਹੀਂ ਲੈ ਰਹੇ। ਸੋ ਸਾਨੂੰ ਪ੍ਰੋਪਰ ਪ੍ਰੋਟੀਨ ਲੈਣ ਦੇ ਨਾਲ ਸਾਡਾ ਜਿਹੜਾ ਇਨਸੂਲਿਨ ਲੈਵਲ ਹੈ ਉਹ ਵੀ ਬਿਲਕੁਲ ਮੇਨਟੇਨ ਰਹਿੰਦਾ ਹੈਗਾ ਆ। ਅਗਰ ਲੋ ਇਨਸੂਲਿਨ ਲੈਵਲ ਜਾ ਰਿਹਾ, ਸ਼ੂਗਰ ਲੈਵਲ ਲੋ ਜਾ ਰਿਹਾ, ਤਾਂ ਸਾਨੂੰ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੁੰਦੀ ਹੈ ਕਿ ਮੈਂ ਆਪਣੀ ਬਾਡੀ ਦੇ ਵਿੱਚ ਪ੍ਰੋਪਰ ਪ੍ਰੋਟੀਨ ਲੈ ਰਿਹਾ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਆਪਣੇ ਆਪ ਨੂੰ ਖਾਣੇ ਨੂੰ ਜਾਂ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਪ੍ਰੋਟੀਨ ਦਾ। ਅਗਰ ਅਸੀਂ ਆਪਣੇ ਖਾਣੇ ਦੇ ਵਿੱਚ ਇੱਕ ਪ੍ਰੋਪਰ ਮਾਤਰਾ ਦੇ ਵਿੱਚ ਪ੍ਰੋਟੀਨ ਲੈਂਦੇ ਹਾਂ ਤਾਂ ਸਾਨੂੰ ਬਾਰ-ਬਾਰ ਰੋਟੀ ਖਾਣ ਦੀ ਜਾਂ ਮਿੱਠਾ ਖਾਣ ਦੀ ਜਾਂ ਜੰਕ ਫੂਡ ਖਾਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਅਸੀਂ ਆਪਣੀ ਹੰਗਰ ਨੂੰ ਕੰਟਰੋਲ ਕਰ ਚੁੱਕੇ ਹੁੰਦੇ ਹਾਂ। ਅਸੀਂ ਆਪਣੇ ਖਾਣੇ ਨੂੰ ਮਤਲਬ ਕੰਟਰੋਲ ਦੇ ਵਿੱਚ ਖਾਂਦੇ ਹੈਗੇ ਹਾਂ, ਤਾਂ ਭੁੱਖ ਨੂੰ ਸਾਡੇ ਨੂੰ ਬਹੁਤ ਵਧੀਆ ਕੰਟਰੋਲ ਕਰਦਾ ਹੈ ਅਗਰ ਅਸੀਂ ਪ੍ਰੋਪਰ ਖਾਣੇ ਦੇ ਵਿੱਚ ਪ੍ਰੋਟੀਨ ਲੈਂਦੇ ਹਾਂ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਅਗਰ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਦੀ ਕਮੀ ਆ ਜਾਵੇ ਤਾਂ ਸਾਡਾ ਜਿਹੜਾ ਵੇਟ ਹੈਗਾ ਆ ਉਹ ਜਲਦੀ ਨਹੀਂ ਵੱਧਦਾ ਹੈਗਾ। ਅਗਰ ਅਸੀਂ ਹੈਲਥੀ ਮਸਲ ਵੇਟ ਡਿਵੈਲਪ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਾਣੇ ਦੇ ਵਿੱਚ ਪ੍ਰੋਪਰ ਪ੍ਰੋਟੀਨ ਲੈਣਾ ਚਾਹੀਦਾ ਹੈ, ਨਾ ਕਿ ਸਾਡੀ ਬਾਡੀ ਦੇ ਵਿੱਚ ਫੈਟ ਦਾ ਵੇਟ ਨਹੀਂ ਵਧਣਾ ਚਾਹੀਦਾ। ਸਾਡੀ ਬਾਡੀ ਦੇ ਵਿੱਚ ਹੈਲਥੀ ਮਸਲ ਦਾ ਵੇਟ ਵਧਣਾ ਚਾਹੀਦਾ ਹੈ। ਅਗਰ ਅਸੀਂ ਆਪਣਾ ਹੈਲਥੀ ਮਸਲ ਵੇਟ ਗੇਨ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਸਾਡੇ ਪ੍ਰੋਟੀਨ ਦੀ ਕਮੀ ਹੈ ਸਾਡੇ ਸਰੀਰ ਦੇ ਵਿੱਚ, ਸਾਡੇ ਖਾਣੇ ਦੇ ਵਿੱਚ, ਸਾਡੇ ਮਸਲ ਦੀ ਖੁਰਾਕ ਜਿਹੜੀ ਪ੍ਰੋਟੀਨ ਹੈ ਸਾਨੂੰ ਉਹ ਪੂਰੀ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਇੱਕ ਹੈਲਥੀ ਵੇ ਦੇ ਨਾਲ ਆਪਣਾ ਮਸਲ ਵੇਟ ਗੇਨ ਕਰ ਸਕੀਏ। ਸੋ ਅਗਰ ਅਸੀਂ ਆਪਣੇ ਖਾਣੇ ਦੇ ਵਿੱਚ ਪ੍ਰੋਟੀਨ ਨੂੰ ਵਧਾਉਂਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਐਨਰਜੀ ਆਉਂਦੀ ਹੈ। ਅਗਰ ਸਾਡੇ ਸਰੀਰ ਦੇ ਵਿੱਚ ਐਨਰਜੀ ਆਉਂਦੀ ਹੈ ਤਾਂ ਅਸੀਂ ਆਪਣੇ ਕੰਮ ਨੂੰ ਜਲਦੀ ਫਿਨਿਸ਼ ਕਰਦੇ ਹਾਂ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਕਿੰਨਾ ਚਾਹੀਦਾ ਹੈ ਪ੍ਰੋਟੀਨ। ਸਾਨੂੰ ਐਵਰੀਡੇ ਕਿੰਨਾ ਪ੍ਰੋਟੀਨ ਚਾਹੀਦਾ ਹੈ। ਰੋਜ਼ਾਨਾ ਇੱਕ ਅਡਲਟ ਪਰਸਨ ਨੂੰ 1 ਗ੍ਰਾਮ ਪ੍ਰੋਟੀਨ 1 kg ਦੇ ਹਿਸਾਬ ਦੇ ਨਾਲ ਚਾਹੀਦਾ। ਪਰ ਡੇ, ਪਰ ਗ੍ਰਾਮ, ਪਰ kg ਦੇ ਉੱਪਰ ਇੱਕ ਅਡਲਟ ਨੂੰ ਚਾਹੀਦਾ। ਅਗਰ ਤੁਸੀਂ ਬਹੁਤ ਜ਼ਿਆਦਾ ਵਰਕਆਊਟ ਕਰਦੇ ਹੋ, ਤੁਸੀਂ ਜਿਮ ਦੇ ਵਿੱਚ ਜਾਂਦੇ ਹੋ, ਐਕਸਰਸਾਈਜ਼ ਕਰਦੇ ਹੋ, ਤਾਂ ਤੁਹਾਡਾ ਜਿਹੜਾ ਪ੍ਰੋਟੀਨ ਹੈ 1.5 ਗ੍ਰਾਮ, ਮਤਲਬ ਤੁਹਾਡੇ ਭਾਰ ਦੇ ਹਿਸਾਬ ਦੇ ਨਾਲ ਅਗਰ 1 ਕਿਲੋ ਹੈ ਤਾਂ ਤੁਹਾਨੂੰ ਉਹਦੇ ਹਿਸਾਬ ਨਾਲ 1.5 ਗੁਣਾ ਪ੍ਰੋਟੀਨ ਚਾਹੀਦਾ। ਤੁਹਾਨੂੰ 1.5 ਗ੍ਰਾਮ ਪ੍ਰੋਟੀਨ ਪਰ ਡੇ ਚਾਹੀਦਾ 1 kg ਦੇ ਪਿੱਛੇ। ਸੋ ਅਗਰ ਅਸੀਂ ਵਰਕਆਊਟ ਕਰਦੇ ਹਾਂ ਤਾਂ ਸਾਡੇ ਮਸਲ ਦੀ ਉੱਥੇ ਟੁੱਟ ਭੱਜ ਵੀ ਹੁੰਦੀ ਹੈ। ਸੋ ਹੁਣ ਅਸੀਂ ਪ੍ਰੋਟੀਨ ਲੈਣ ਦੀ ਕੋਸ਼ਿਸ਼ ਕਿੱਥੋਂ ਕਰ ਰਹੇ ਹਾਂ? ਅਸੀਂ ਬਹੁਤ ਸਾਰੇ ਇਹੋ ਜਿਹੇ ਫੂਡ ਹੈਗੇ ਨੇ, ਇਹੋ ਜਿਹੀਆਂ ਸਬਜ਼ੀਆਂ ਨੇ, ਇਹੋ ਜਿਹੇ ਫਲ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ, ਦਾਲਾਂ ਦੇ ਵਿੱਚੋਂ ਅਸੀਂ ਪ੍ਰੋਟੀਨ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕੀ ਅਸੀਂ ਭਰਪੂਰ ਮਾਤਰਾ ਦੇ ਵਿੱਚ ਇਹਨਾਂ ਸਾਰਿਆਂ 'ਚੋਂ ਪ੍ਰੋਟੀਨ ਲੈ ਰਹੇ ਹਾਂ? ਸੋ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨੀਆਂ ਸਬਜ਼ੀਆਂ, ਇੰਨਾ ਖਾਣਾ ਅਸੀਂ ਖਾ ਸਕਦੇ ਹਾਂ ਜਿਹਦੇ 'ਚੋਂ ਅਸੀਂ ਆਪਣਾ ਪ੍ਰੋਟੀਨ ਜਿਹੜਾ ਹੈ ਉਹ ਪੂਰਾ ਕਰ ਪਾ ਰਹੇ ਹਾਂ ਰੋਜ਼ਾਨਾ। ਕੀ ਅਸੀਂ ਰੋਜ਼ਾਨਾ ਇੰਨੇ ਤਰ੍ਹਾਂ ਦੀਆਂ ਸਬਜ਼ੀਆਂ ਔਰ ਇੰਨੇ ਤਰ੍ਹਾਂ ਦੀਆਂ ਦਾਲਾਂ ਖਾ ਰਹੇ ਹਾਂ? ਮੈਨੂੰ ਨਹੀਂ ਲੱਗਦਾ ਕਿ ਅਸੀਂ ਖਾ ਸਕਦੇ ਹਾਂ। ਸੋ ਅਗਰ ਤੁਸੀਂ ਆਪਣੇ ਪ੍ਰੋਟੀਨ ਦੀ ਵੈਲਿਊ ਨੂੰ ਕੰਪਲੀਟ ਕਰਨਾ, ਤੁਸੀਂ ਕਿੰਨਾ ਪ੍ਰੋਟੀਨ ਤੁਹਾਨੂੰ ਚਾਹੀਦਾ ਹੈ, ਸੋ ਮੈਂ ਤੁਹਾਨੂੰ ਉਸ ਦਾ ਸੋਲਿਊਸ਼ਨ ਦੱਸ ਸਕਦਾ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ। ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ ਪੇਜ ਦੇ ਉੱਪਰ ਵੀ ਕੰਟੈਕਟ ਕਰ ਸਕਦੇ ਹੋ, ਮੇਰੇ ਫੇਸਬੁੱਕ ਦੇ ਉੱਪਰ ਵੀ ਕੰਟੈਕਟ ਕਰ ਸਕਦੇ ਹੋ। ਸੋ ਅਸੀਂ ਆਪਣੇ ਪ੍ਰੋਟੀਨ ਵੈਲਿਊ ਨੂੰ ਕਿੱਦਾਂ ਕੰਪਲੀਟ ਕਰਨਾ, ਕਿੱਥੋਂ ਕੰਪਲੀਟ ਕਰਨਾ ਹੈ, ਸੋ ਤੁਸੀਂ ਮੇਰੇ ਇਸ ਪੇਜ ਨੂੰ ਲਾਈਕ ਕਰੋ, ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਇੱਕ ਵਧੀਆ ਬਿਲਡਿੰਗ ਮਾਸ ਨੂੰ, ਆਪਣੇ ਮਸਲ ਮਾਸ ਨੂੰ ਬਣਾਉਣ ਦੇ ਵਿੱਚ ਪ੍ਰੋਟੀਨ ਦਾ ਕਿੰਨਾ ਵੱਡਾ ਵੈਲਿਊ ਹੈ, ਉਸ ਦੇ ਵਿੱਚ ਮੈਂ ਤੁਹਾਡੀ ਹੈਲਪ ਕਰ ਸਕਦਾ ਕਿ ਅਸੀਂ ਆਪਣਾ ਪ੍ਰੋਪਰ ਪ੍ਰੋਟੀਨ ਕਿੱਥੋਂ ਲੈ ਸਕਦੇ ਹਾਂ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਜੀ। ਔਰ ਅਗਰ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਜਿਹੜਾ ਪ੍ਰੋਪਰ ਪ੍ਰੋਟੀਨ ਆਪਣੇ ਘਰ ਦੇ ਵਿੱਚੋਂ ਕਿੱਦਾਂ ਲੈ ਸਕਦੇ ਹਾਂ, ਅਗਰ ਅਸੀਂ 3 ਰੋਟੀਆਂ ਦੀ ਗੱਲ ਕਰਦੇ ਹਾਂ ਕਿ ਅਸੀਂ 3 ਰੋਟੀਆਂ ਖਾ ਰਹੇ ਹਾਂ ਤਾਂ ਸਾਨੂੰ ਉਹਦੇ ਵਿੱਚੋਂ 4 ਗ੍ਰਾਮ ਪ੍ਰੋਟੀਨ ਮਿਲਦਾ। ਅਗਰ ਅਸੀਂ ਇੱਕ ਕੌਲੀ ਦਾਲ ਦੀ, ਇੱਕ ਬਾਉਲ ਦਾਲ ਦੀ ਲੈਂਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ 6 ਤੋਂ 8 ਗ੍ਰਾਮ ਪ੍ਰੋਟੀਨ ਮਿਲਦਾ। ਔਰ ਅਗਰ ਅਸੀਂ ਘਰ ਦੇ ਵਿੱਚ ਬਣੇ ਹੋਏ ਦਹੀਂ ਨੂੰ ਖਾਂਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ 4 ਗ੍ਰਾਮ ਪ੍ਰੋਟੀਨ ਮਿਲਦਾ। ਅਗਰ ਅਸੀਂ ਬਰਾਊਨ ਰਾਈਸ ਲੈਂਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ 3 ਗ੍ਰਾਮ ਪ੍ਰੋਟੀਨ ਮਿਲਦਾ। ਅਗਰ ਅਸੀਂ 300 ml ਅਗਰ ਅਸੀਂ ਦੁੱਧ ਲੈ ਰਹੇ ਹਾਂ ਤੇ ਉਹਦੇ ਵਿੱਚੋਂ ਸਾਨੂੰ 10 ਗ੍ਰਾਮ ਪ੍ਰੋਟੀਨ ਮਿਲਦਾ ਹੈਗਾ। ਸੋ ਅਸੀਂ ਆਪਣੇ ਘਰ ਦੇ ਵਿੱਚੋਂ, ਅਸੀਂ ਪੂਰੇ ਦਿਨ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਮੇਰਾ ਅਗਰ weight 70 ਕਿਲੋ ਹੈ ਤਾਂ ਮੈਂ ਕੀ ਇਹ 70 ਗ੍ਰਾਮ ਪ੍ਰੋਟੀਨ ਪੂਰਾ ਕਰ ਪਾਇਆ ਆਪਣੇ
ਖਾਣੇ ਦੇ ਵਿੱਚੋਂ, ਘਰ ਦੇ ਖਾਣੇ ਦੇ ਵਿੱਚੋਂ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਇਹ 70 ਗ੍ਰਾਮ ਪ੍ਰੋਟੀਨ ਆਪਣੇ ਘਰ ਦੇ ਖਾਣੇ ਦੇ ਵਿੱਚੋਂ ਮੇਰੇ 70 ਕਿਲੋ ਦੇ weight ਦੇ ਹਿਸਾਬ ਦੇ ਨਾਲ ਪੂਰਾ ਕਰ ਪਾ ਰਹੇ ਹਾਂ। ਸੋ ਸਭ ਤੋਂ ਸੌਖਾ ਤਰੀਕਾ ਕਿੱਥੋਂ ਮਿਲਦਾ ਹੈ ਸਾਨੂੰ ਪ੍ਰੋਟੀਨ, ਅਸੀਂ ਆਪਣਾ ਪ੍ਰੋਪਰ ਪ੍ਰੋਟੀਨ ਕਿੱਦਾਂ ਪੂਰਾ ਕਰ ਸਕਦਾ। ਸੋ ਮੈਂ ਤੁਹਾਨੂੰ ਉਸ ਦਾ ਹੱਲ ਵੀ ਦੱਸ ਸਕਦਾ, ਉਸ ਦਾ ਰਸਤਾ ਵੀ ਦੱਸ ਸਕਦਾ। ਤੁਸੀਂ ਮੇਰੇ ਇਸ ਪੇਜ ਨੂੰ ਲਾਈਕ ਕਰੋ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ। ਥੈਂਕ ਯੂ ਸੋ ਮਚ।